मैं जसविंदर सिंह ਲੈਕਚਰਰ ਫਿਜ਼ਿਕਸ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਲਿਆਣ ਬਤੌਰ ਲੈਕਚਰਰ ਜਦੋਂ ਤੋਂ ਇੱਥੇ ਜੌਬ ਕਰ ਰਿਹਾ ਤਾਂ ਉਸ ਵਕਤ ਮੈਂ ਇਸ ਸਕੂਲ ਦੇ ਵਿੱਚ ਆਪਣੇ ਬੱਚਿਆਂ ਨੂੰ ਵਿੱਦਿਆ ਦੇਣ ਦੇ ਲਈ ਮੇਰੀ ਜੋ ਡਿਊਟੀ ਬਣਦੀ ਹੈ ਉਸ ਤੋਂ ਇਲਾਵਾ ਵੀ ਮੈਂ ਸੋਚਦਾ ਰਹਿੰਦਾ ਵੀ ਕੁਛ ਨਾ ਕੁਛ ਨਵਾਂ ਕੀਤਾ ਜਾਵੇ ਕਿਉਂਕਿ ਜਿਹੜੀ ਮੇਰੀ ਕੁਆਲੀਫਿਕੇਸ਼ਨ ਹੈ ਉਸ ਦੇ ਵਿੱਚ ਜਦੋਂ ਮੈਂ ਸਰਟੀਫਿਕੇਟ ਇਨ ਕੰਪਿਊਟਿੰਗ ਕੀਤਾ ਫਿਰ BSc ਕੀਤੀ ਫਿਰ B.Ed ਕੀਤੀ ਫਿਰ MPhil ਕੀਤੀ ਫਿਰ PhD ਵੱਲ ਚਲੇ ਗਏ ਫਿਰ ਮਤਲਬ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਸਾਰੀਆਂ ਮੈਨੂੰ ਆਪਣੇ ਅੰਦਰੋਂ ਹੀ ਮੋਟੀਵੇਟ ਕਰਦੀਆਂ ਕਿ ਮੈਂ ਉਹਨਾਂ ਬੱਚਿਆਂ ਨੂੰ ਇਹ ਸਾਰਾ ਕੁਝ ਦੇ ਪਾਵਾਂ ਤਾਂ ਕਿ ਜਿਹੜੇ ਪਿੰਡਾਂ ਦੇ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਹੈ ਉਹ ਵੀ ਘੱਟੋ ਘੱਟ PhD ਤੱਕ ਜ਼ਰੂਰ ਪਹੁੰਚਣ। ਮੇਰਾ ਇਹ ਆਪਣਾ ਸੁਪਨਾ ਹੈ। ਅੱਜ ਮੈਨੂੰ ਇਸ ਗੱਲ ਦਾ ਬੜਾ ਫਖਰ ਹੈ ਜੀ ਕਿ ਮੈਨੂੰ ਇਸ ਨਾਮ ਦੇ ਨਾਲ ਜਾਣਿਆ ਜਾਂਦਾ ਜੈਸਵਿਨਸ ਲੈਬ ਔਨ ਵੀਲਸ। ਸਾਰੇ ਪੂਰੇ ਇੰਡੀਆ ਦੇ ਵਿੱਚ ਜਿੱਥੇ ਮੈਨੂੰ ਮੌਕਾ ਮਿਲਿਆ ਪ੍ਰਸਿੱਧ ਹੋਣ ਦਾ ਉੱਥੇ ਮੇਰੇ ਮਨ ਦੇ ਵਿੱਚ ਜਦੋਂ ਇਹ ਗੱਲ ਆਈ ਕਿ ਇਹ ਕਾਰ ਦੇ ਵਿੱਚ ਹੀ ਲੈਬ ਨੂੰ ਬਣਾਇਆ ਜਾਵੇ ਤਾਂ ਨਵੰਬਰ 2012 ਦੇ ਵਿੱਚ ਉਹ ਪਹਿਲਾ ਦਿਨ ਸੀ 1 ਨਵੰਬਰ ਦਾ ਜਿਸ ਨੂੰ ਅਸੀਂ ਪੰਜਾਬ ਡੇ ਕਰਕੇ ਸੈਲੀਬ੍ਰੇਟ ਕਰਦੇ ਹਾਂ। ਤਾਂ ਮੈਂ ਪੰਜਾਬ ਨੂੰ ਇਸ ਗੱਲ ਨੂੰ ਮੰਨ ਕੇ ਚੱਲਿਆ ਕਿ ਪੰਜਾਬ ਦਾ ਦਿਨ ਹੈ ਅਤੇ ਉਸ ਦਿਨ ਮੈਂ ਇਸ ਨੂੰ ਲਾਂਚ ਕੀਤਾ। ਤਾਂ ਅੱਜ ਇਹ ਕਾਰ ਹੈ ਜਿਹੜੀ 1132 ਥਾਵਾਂ 'ਤੇ ਹਿੰਦੁਸਤਾਨ ਦੇ 10 ਰਾਜਾਂ ਦੇ ਵਿੱਚ 7 ਲੱਖ ਲੋਕਾਂ ਨੂੰ ਮਿਲ ਚੁੱਕੀ ਹੈ ਕਾਰ ਔਰ ਉਹਨਾਂ ਨੂੰ ਸਾਇੰਸ ਪੜ੍ਹਾ ਚੁੱਕੀ ਹੈ। ਮੈਂ DAV ਕਾਲਜ ਆਫ ਐਜੂਕੇਸ਼ਨ ਅਬੋਹਰ ਦੇ ਵਿੱਚ ਆਪਣੀ B.Ed ਕੀਤੀ ਤਾਂ B.Ed ਦੇ ਵਿੱਚ ਜਦੋਂ ਟੀਚਰ ਬਣਨਾ ਹੁੰਦਾ ਤਾਂ ਟੀਚਰ ਬਣਨ ਦੇ ਲਈ ਇਹ ਕੋਰਸ ਹੁੰਦਾ ਤਾਂ ਉਸ ਵਕਤ ਉੱਥੇ ਮੈਂ ਇੱਕ ਮਾਡਲ ਤਿਆਰ ਕੀਤਾ ਸੀਗਾ ਅਤੇ ਉਸ ਮਾਡਲ ਦੇ ਵਿੱਚ ਕੀ ਸੀਗਾ ਕਿ ਇੱਕ ਧਾਗੇ ਦੇ ਨਾਲ ਇੱਕ ਪੱਥਰ ਬੰਨ੍ਹ ਕੇ ਅਤੇ ਉਹਦੇ ਨਾਲ D ਲਗਾ ਕੇ ਅਸੀਂ ਉਹਦਾ ਇੰਕਲੀਨੇਸ਼ਨ ਐਂਗਲ ਲੱਭ ਕੇ ਇਹ ਦੱਸ ਸਕਦੇ ਸੀਗੇ ਵੀ ਉਹ ਸਾਹਮਣੇ ਬਿਲਡਿੰਗ ਕਿੰਨੀ ਉੱਚੀ ਹੈ। ਇੱਕ ਕਨਸੈਪਟ ਟ੍ਰਿਗਨੋਮੈਟਰੀ ਦਾ ਸੀਗਾ, ਕਲਾਈਨੋਮੀਟਰ ਉਸ ਨੂੰ ਕਿਹਾ ਜਾਂਦਾ ਤਾਂ ਉਸ ਕਲਾਈਨੋਮੀਟਰ ਨੂੰ ਉਸ ਵੇਲੇ ਬਣਾਇਆ। ਇਹ 1988 ਦੀ ਗੱਲ ਤੁਹਾਡੇ ਨਾਲ ਕਰ ਰਿਹਾ ਕਿ ਜਦੋਂ ਮੈਂ ਪੜ੍ਹਦਾ ਹੁੰਦਾ ਸੀਗਾ ਅਤੇ ਜਦੋਂ ਅਸੀਂ ਆਪਣੇ ਕਾਲਜ ਲਾਈਫ ਦੇ ਵਿੱਚ ਪੜ੍ਹਦੇ ਸੀ। ਮੈਂ ਰਿਪਦਮਨ ਕਾਲਜ ਨਾਭੇ ਦੇ ਵਿੱਚ ਪੜ੍ਹਿਆ। ਮੇਰੇ ਪ੍ਰੋਫੈਸਰ RS ਸ਼ਰਮਾ ਹੁੰਦੇ ਸੀ, ਫਿਜ਼ਿਕਸ ਪੜ੍ਹਾਇਆ ਕਰਦੇ ਸੀ ਔਰ ਪ੍ਰਿੰਸੀਪਲ ਬਣੇ ਔਰ ਮੈਨੂੰ ਇਕੱਲੇ ਨੂੰ ਬੁਲਾ ਲਿਆ ਕਰਦੇ ਸੀ। ਇਸ ਗੱਲ ਤੋਂ ਬੜੀ ਮੋਟੀਵੇਸ਼ਨ ਮਿਲਦੀ ਹੈ। ਮੈਂ ਅਧਿਆਪਕਾਂ ਨੂੰ ਇਹ ਵੀ ਦੱਸਣਾ ਚਾਹੂੰਗਾ ਕਿ ਬੱਚੇ ਨੂੰ ਤੁਸੀਂ ਸਪੈਸ਼ਲ ਅਟੈਂਸ਼ਨ ਦੇਣੀ ਸ਼ੁਰੂ ਕਰੋ, ਉਹਨੂੰ ਡੀਮੋਟੀਵੇਟ ਨਾ ਕਰੋ। ਮੈਨੂੰ ਅੱਜ ਵੀ ਯਾਦ ਹੈ ਕਿ ਪ੍ਰੋਫੈਸਰ ਸਾਹਿਬ ਪ੍ਰਿੰਸੀਪਲ ਬਣੇ ਉਸੇ ਕਾਲਜ 'ਚ, ਉਸੇ ਕਾਲਜ ਦੇ ਵਿੱਚ ਆਪਣੇ PA ਨੂੰ ਕਹਿੰਦੇ ਜੇ ਜਸਵਿੰਦਰ ਨੂੰ ਬੁਲਾ ਕੇ ਲਿਆਓ, ਉਹਨੂੰ ਮੈਂ ਫਿਜ਼ਿਕਸ ਪੜ੍ਹਾਉਣੀ ਹੈ। ਤਾਂ ਮੈਂ ਕਿਉਂ ਨਾ ਅੱਜ ਫਿਜ਼ਿਕਸ ਦਾ ਲੈਕਚਰਰ ਬਣਦਾ। ਇਹ ਮੇਰੀ ਉਸ ਪ੍ਰੋਫੈਸਰ ਸਾਹਿਬ ਦੀ ਦੇਣ ਹੈ ਕਿ ਜਿਨ੍ਹਾਂ ਨੂੰ ਲੌਗ ਟੇਬਲ ਜਵਾਨੀ ਯਾਦ ਸੀ, ਜਿਹੜੇ ਸਾਨੂੰ ਇੰਨੀ ਐਕੂਰੇਸੀ ਨਾਲ ਐਕਸਪੈਰੀਮੈਂਟ ਕਰਾਉਂਦੇ ਸੀ। ਉਸ ਵਕਤ ਮੈਂ ਇੱਕ ਟੈਲੀਸਕੋਪ ਬਣਾਈ ਸੀ ਅਤੇ ਮੈਨੂੰ ਯਾਦ ਹੈ ਕਿ ਉਹ ਟੈਲੀਸਕੋਪ ਮੇਰੇ ਅਧਿਆਪਕ ਨੇ ਇਹ ਪੁੱਛ ਕੇ ਕਿ ਮੈਂ ਲੈਬ ਦੇ ਵਿੱਚ ਰੱਖ ਲਾਂ ਇਸ ਨੂੰ, ਇੰਨੀ ਸ਼ਾਨਦਾਰ ਬਣੀ ਸੀ। ਜਿਸ ਤਰ੍ਹਾਂ ਅਸੀਂ ਅੱਜ ਅਟਲ ਟਿੰਕਰਿੰਗ ਲੈਬ ਦੇ ਵਿੱਚ ਬੈਠੇ ਹਾਂ, ਭਾਰਤ ਸਰਕਾਰ ਦੇ ਨੀਤੀ ਆਯੋਗ ਦੇ ਵੱਲੋਂ ਇਹ ਸਾਨੂੰ ਇੱਕ ਮਿਲਿਆ ਹੋਇਆ ਪ੍ਰੋਜੈਕਟ ਹੈ ਜਿਸ ਦੇ ਵਿੱਚ ਸਰਕਾਰ ਨੇ 20 ਲੱਖ ਰੁਪਇਆ ਜਿਹੜਾ ਹੈਗਾ ਸਕੂਲ ਨੂੰ ਦਿੱਤਾ ਕਿ ਤੁਸੀਂ ਇਹ ਸੈਟਅਪ ਕਰਕੇ ਰੋਬੋਟਿਕਸ ਵੱਲ ਬੱਚਿਆਂ ਨੂੰ, ਇਲੈਕਟ੍ਰੋਨਿਕਸ ਵੱਲ ਬੱਚਿਆਂ ਨੂੰ ਲੈ ਕੇ ਜਾਓ। ਤਾਂ ਉਹ ਵੀ ਆਪਣੀ ਪੜ੍ਹਾਈ ਤੋਂ ਇਲਾਵਾ ਕਿ ਫਿਜ਼ਿਕਸ ਦਾ ਹੋਣ ਕਰਕੇ ਮੈਨੂੰ ਇਲੈਕਟ੍ਰੋਨਿਕ ਡਿਵਾਈਸਿਸ ਨਾਲ ਬੜਾ ਪਿਆਰ ਹੈ ਅਤੇ ਉਹ ਇਲੈਕਟ੍ਰੋਨਿਕ ਡਿਵਾਈਸਿਸ ਇਹਨਾਂ ਨੂੰ ਸਿਖਾਈਆਂ ਜਾਂਦੀਆਂ ਕਿ ਕਿਸ ਤਰ੍ਹਾਂ ਬਿਲਡਅਪ। ਉਹ 6 ਤੋਂ 12 ਸਾਰੇ ਬੱਚੇ ਇਸ ਦੇ ਵਿੱਚ ਭਾਗ ਲੈ ਸਕਦੇ ਆ। ਈਵਨ ਕਿ ਬਾਹਰਲੇ ਸਕੂਲਾਂ ਤੋਂ ਵੀ ਜੇ ਕੋਈ ਆਉਂਦਾ ਉਹ ਵੀ ਫ੍ਰੀ ਆਫ ਕਾਸਟ ਇੱਥੇ ਟ੍ਰੇਨਿੰਗ ਲੈ ਸਕਦਾ ਸਾਡੇ ਕੋਲ। ਇਸ ਲੈਬ ਦੇ ਵਿੱਚ ਜਿਹੜਾ ਸੈਟਅਪ ਕੀਤਾ ਹੋਇਆ, ਜਿੱਥੇ ਅਸੀਂ ਇਹ ਸੈਟਅਪ ਕੀਤਾ ਉਹਨਾਂ ਵਿਦਿਆਰਥੀਆਂ ਲਈ, ਉਹ ਪੇਂਡੂ ਵਿਦਿਆਰਥੀਆਂ ਲਈ ਜਿਹੜੇ ਸਾਡੇ ਦੇਸ਼ ਦਾ ਭਵਿੱਖ ਹੈ ਅਤੇ ਉਹਨਾਂ ਨੇ ਸਾਰਾ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਹੱਥਾਂ ਦੇ ਵਿੱਚ ਇਹ ਵਾਗਡੋਰ ਹੋਣੀ ਹੈ। ਅਤੇ ਇਸ ਕਰਕੇ ਮੈਂ ਚਾਹੁੰਦਾ ਵੀ ਉਹ ਇਮਾਨਦਾਰ ਹੋਣ, ਉਹ ਬਹੁਤ ਪੜ੍ਹੇ ਲਿਖੇ ਹੋਣ, ਉਹ ਬੜੇ ਸੂਝਵਾਨ ਹੋਣ ਅਤੇ ਹਰ ਕੰਮ ਨੂੰ ਚੰਗੀ ਤਰ੍ਹਾਂ ਦੇ ਨਾਲ ਟੈਕਲ ਕਰ ਸਕਦੇ ਹੋਣ ਔਰ ਜਿਹੜਾ ਡਿਸੀਜ਼ਨ ਲੈਣਾ ਉਹ ਇਮੀਡੀਏਟ ਲੈ ਸਕਦੇ ਹੋਣ। ਉਹ ਡਿਸੀਜ਼ਨ ਕੌਣ ਦਿਵਾਊਗਾ? ਮੇਰੇ ਮੁਤਾਬਕ ਇਹ ਹੈ ਕਿ ਜਿਸ ਬੰਦੇ ਕੋਲ ਲਿਆਕਤ ਹੈ, ਅਕਲ ਹੈ, ਪੜ੍ਹਾਈ ਹੈ, ਸੂਝ ਹੈ, ਉਹ ਸਾਰੇ ਡਿਸੀਜ਼ਨ ਆਪ ਖੁਦ ਬ ਖੁਦ ਲੈ ਸਕਦਾ। ਉਸ ਨੂੰ ਕਿਸੇ ਨੂੰ ਪੁੱਛਣ ਜਾਣ ਦੀ ਲੋੜ ਨਹੀਂ ਪੈਂਦੀ। ਜਦੋਂ ਮੇਰੀ ਇੱਥੇ ਪੋਸਟਿੰਗ ਹੁੰਦੀ ਹੈ ਐਜ਼ ਏ ਲੈਕਚਰਰ ਫਿਜ਼ਿਕਸ ਤਾਂ ਮੈਂ ਆਉਂਦਾ ਤਾਂ ਮੈਨੂੰ ਪਤਾ ਲੱਗਦਾ ਹੈ ਇਹ ਕਮਰੇ ਜਿੱਥੇ ਅੱਜ ਅਸੀਂ ਬੈਠੇ ਹਾਂ ਇਹਨਾਂ ਦੀ ਹਾਲਤ ਕੋਈ ਬਹੁਤ ਹੀ ਵਧੀਆ ਦੇਖਣ ਯੋਗ ਨਹੀਂ ਸੀ। ਹਾਂ, ਬਣਾਏ ਗਏ ਸੀਗੇ ਪਰ ਗ੍ਰਾਂਟ ਸਾਡੇ ਕੋਲ ਆ ਗਈ ਸੀ 2 ਸਾਲ ਤੋਂ। ਪਰ ਜਿਹੜੇ ਇੱਥੇ ਪਹਿਲੇ ਪ੍ਰਿੰਸੀਪਲ ਸੀ ਜਿਨ੍ਹਾਂ ਨੇ ਇਹ ਗ੍ਰਾਂਟ ਲਿਆਂਦੀ ਸੀ, ਪ੍ਰਿੰਸੀਪਲ ਰਾਜੇਸ਼ ਮੋਦੀ ਜੀ, ਤਾਂ ਉਹ ਉੱਥੋਂ ਟ੍ਰਾਂਸਫਰ ਹੋ ਕੇ ਜਾ ਚੁੱਕੇ ਸੀ। ਤਾਂ ਉਹਨਾਂ ਨੇ ਕਿਹਾ ਕਿ ਹੁਣ ਕੋਈ ਸਾਂਭਣ ਵਾਲਾ ਨਹੀਂ ਹੈਗਾ। ਅਸੀਂ ਗ੍ਰਾਂਟ ਵਾਪਸੀ ਦਾ ਪੱਤਰ ਪਾਤਾ ਉਹਨਾਂ ਨੇ।
ਜਦੋਂ ਮੈਨੂੰ ਪਤਾ ਲੱਗਿਆ ਕਿ ਗ੍ਰਾਂਟ ਵਾਪਸੀ ਦਾ ਲੈਟਰ ਗਿਆ ਹੋਇਆ ਤਾਂ ਮੈਨੂੰ ਬੜਾ ਮਹਿਸੂਸ ਹੋਇਆ ਵੀ ਇੱਕ ਸਰਕਾਰ 20 ਲੱਖ ਰੁਪਏ ਸਾਨੂੰ ਦੇ ਰਹੀ ਹੈ ਤੇ ਅਸੀਂ ਉਸ ਨੂੰ ਵਾਪਸ ਕਿਉਂ ਕਰੀਏ। ਉਹਨਾਂ ਨੇ ਤਾਂ ਆਪਣੇ ਵੱਲੋਂ ਐਂ ਭੇਜਿਆ ਨਾ ਵੀ ਹੁਣ ਸਾਂਭਣ ਵਾਲਾ ਕੋਈ ਨਹੀਂ, ਮੇਰੀ ਬਦਲੀ ਹੋ ਗਈ ਹੈ, ਉਹਨਾਂ ਨੇ ਆਪਣੇ ਵੱਲੋਂ ਗ੍ਰਾਂਟ ਵਾਪਸ ਕਰਨ ਦਾ ਪੱਤਰ ਪਾਤਾ। ਤੇ ਪ੍ਰਵੀਨ ਕੁਮਾਰ ਜੀ ਜਦੋਂ ਆਏ ਪ੍ਰਿੰਸੀਪਲ, ਮੈਂ ਉਹਨਾਂ ਨਾਲ ਗੱਲ ਕੀਤੀ ਤਾਂ ਕਹਿੰਦੇ ਤੁਸੀਂ ਦੇਖੋ ਜੇ ਤੁਸੀਂ ਤਿਆਰ ਹੋ। ਮੈਂ ਕਿਹਾ ਮੈਂ ਤਾਂ ਬਿਲਕੁਲ ਤਿਆਰ ਹਾਂ, ਅਸੀਂ ਕਰ ਲੈਂਦੇ ਹਾਂ। ਫਿਰ ਅਸੀਂ ਦਿੱਲੀ ਉੱਥੇ ਬੈਠ ਕੇ ਮੇਲ ਲਿਖੀ। ਜਦੋਂ ਮੇਲ ਲਿਖੀ ਤਾਂ ਨਾਲ ਦੀ ਨਾਲ ਹੀ ਘੰਟੇ ਬਾਅਦ ਉਹਨਾਂ ਦਾ ਟੈਲੀਫੋਨ ਆ ਜਾਂਦਾ ਹੈ ਨੀਤੀ ਆਯੋਗ ਤੋਂ। ਉਹ ਕਹਿੰਦੇ ਕਿ ਸਰ ਇਹ ਜਿਹੜਾ ਹੈਗਾ ਕਾਫੀ ਲੰਬਾ ਟਾਈਮ ਹੋ ਗਿਆ ਤੁਹਾਨੂੰ ਜਿਹੜਾ ਗ੍ਰਾਂਟ ਦਿੱਤੀ ਨੂੰ, ਤੁਸੀਂ ਹਾਲੇ ਤੱਕ ਯੂਟੀਲਾਈਜ਼ ਨਹੀਂ ਕੀਤੀ, ਤਾਂ ਤੁਸੀਂ ਇਸ ਨੂੰ ਜੇ ਦੁਬਾਰਾ ਕਰਨਾ ਚਾਹੁੰਦੇ ਹੋ ਫੰਡ ਤੁਹਾਡੇ ਕੋਲ ਅਸੀਂ ਰੀਇੰਬਰਸ ਕਰ ਦਿੰਦੇ ਹਾਂ, ਹੁਣੇ ਕਰ ਦਿੰਦੇ ਹਾਂ। ਤੁਸੀਂ ਬੈਠੋ ਕੰਪਿਊਟਰ ਤੇ ਉਹਦੇ ਨੇੜੇ ਜਾ ਕੇ ਬੈਠੋ ਤੇ ਔਨ ਕਰੋ। ਤੇ ਮੈਂ ਕਿਹਾ ਜੀ ਇਹ ਤੁਹਾਨੂੰ 1 ਮਹੀਨੇ ਦੇ ਵਿੱਚ ਮੈਂ ਤਿਆਰ ਕਰਕੇ। ਨਹੀਂ ਸਰ, ਕਹਿੰਦੇ ਇਟਸ ਨਾਟ ਪੋਸੀਬਲ। ਹਾਊ ਇਜ਼ ਇਟ ਪੋਸੀਬਲ ਵੀ 2 ਸਾਲ ਤੋਂ ਬਣੀ ਨਹੀਂ, 1 ਮਹੀਨੇ 'ਚ ਕਿਵੇਂ ਬਣ ਜੂਗੀ। ਮੈਂ ਕਿਹਾ ਜੀ ਇਹ ਮੇਰੀ ਜ਼ਿੰਮੇਵਾਰੀ ਹੈ, ਵਾਅਦਾ ਤੁਹਾਡੇ ਨਾਲ 1 ਮਹੀਨੇ ਦੇ ਵਿੱਚ ਤਿਆਰ ਕਰਕੇ ਦੇਵਾਂਗਾ। ਔਰ ਉਦੋਂ ਹੀ ਗ੍ਰਾਂਟ ਉਹਨਾਂ ਨੇ ਸੈਂਕਸ਼ਨ ਕੀਤੀ 1 ਘੰਟੇ ਦੇ ਬਾਅਦ। ਉਸ ਗ੍ਰਾਂਟ ਨੂੰ ਅਸੀਂ ਵਿਦਿਨ 1 ਮੰਥ ਜਿਹੜਾ ਹੈ ਖਰਚ ਕੇ ਇਸ ਲੈਬ ਨੂੰ ਆਪਣੇ ਹੱਥੀਂ ਤਿਆਰ ਕੀਤਾ। ਮੇਰੇ ਵਿਦਿਆਰਥੀਆਂ ਨੇ ਮਦਦ ਕੀਤੀ, ਮੇਰੇ ਸਹਿਯੋਗੀ ਅਧਿਆਪਕਾਂ ਨੇ ਮਦਦ ਕੀਤੀ। ਜਿਹੜੇ ਅੱਜ ਪ੍ਰਿੰਸੀਪਲ ਮੈਡਮ ਰਮਨਦੀਪ ਕੌਰ ਜੀ, ਉਹ ਇੱਥੇ ਕੈਮਿਸਟਰੀ ਦੇ ਲੈਕਚਰਰ ਹੋਇਆ ਕਰਦੇ ਸੀਗੇ ਉਸ ਟਾਈਮ ਤੇ, ਉਹਨਾਂ ਨੇ ਇਹ ਸਾਰਾ ਬਿਲਟਅਪ ਕਰਾਉਣ ਦੇ ਵਿੱਚ ਨਾਲ ਵੱਧ ਚੜ੍ਹ ਕੇ ਹਿੱਸਾ ਪਾਇਆ। ਉਹ ਜਦੋਂ ਅਸੀਂ ਇਸ ਚੀਜ਼ ਤੇ ਪਹੁੰਚੇ ਕਿ ਸਾਡੀ ਇਹ ਲੈਬ ਇੰਨੀ ਸੋਹਣੀ ਤਿਆਰ ਹੋ ਗਈ, ਫਿਰ ਲੋਕਾਂ ਨੇ ਆਉਣਾ ਸ਼ੁਰੂ ਹੋ ਗਏ, ਦੇਖਣਾ ਸ਼ੁਰੂ ਹੋ ਗਏ। ਮੈਂ ਕਿਹਾ ਵੀ ਇਹ ਲੈਬ ਤਾਂ ਤਿਆਰ ਹੋ ਗਈ, ਹੁਣ ਮੇਰੇ ਮਨ ਦੇ ਵਿੱਚ ਇੱਕ ਹੋਰ ਬੜਾ ਵੱਡਾ ਸੁਪਨਾ ਹੈ। ਮੈਂ ਪ੍ਰਿੰਸੀਪਲ ਮੈਡਮ ਨਾਲ ਗੱਲ ਕੀਤੀ, ਰਮਨਦੀਪ ਜੀ ਨਾਲ, ਤੇ ਉਹ ਕਹਿੰਦੇ ਦੱਸੋ ਕੀ ਸੁਪਨਾ ਹੈ ਤੁਹਾਡਾ, ਅਸੀਂ ਤਿਆਰ ਹਾਂ ਤੁਹਾਡੇ ਨਾਲ ਸਹਿਯੋਗ ਕਰਨ ਨੂੰ। ਤੇ ਮੈਂ ਕਿਹਾ ਜੀ ਮੇਰਾ ਸੁਪਨਾ ਵੀ ਮੈਂ ਇੱਕ ਨਾ ਮਿਜ਼ਾਈਲ ਜਿਹੜੀ ਹੈ ਰੌਕਟ ਕਿਸ ਤਰ੍ਹਾਂ ਲਾਂਚ ਹੁੰਦਾ ਹੈ, ਉਹ ਮੈਂ ਕਨਸੈਪਟ ਬੱਚਿਆਂ ਨੂੰ ਇੱਥੇ ਦਿਖਾਉਣਾ ਚਾਹੁੰਦਾ ਵੀ ਮੇਰੇ ਬੱਚੇ ਬੰਗਲੌਰ ਨਾ ਜਾਣ, ਹੈਦਰਾਬਾਦ ਨਾ ਜਾਣ, ਇੱਥੇ ਬੈਠ ਕੇ ਪੜ੍ਹ ਲੈਣ, ਉਹ ਸਟੱਡੀ ਕਰ ਲੈਣ ਪਿੰਡ ਦੇ ਬੱਚੇ। ਤਾਂ ਕਹਿੰਦੇ ਕੋਈ ਗੱਲ ਨਹੀਂ, ਜਿੰਨੇ ਪੈਸੇ ਲੱਗਣਗੇ ਆਪਾਂ ਰਲ ਮਿਲ ਕੇ ਖਰਚਾਂਗੇ। ਤੇ ਅਸੀਂ ਕਿਸੇ ਗ੍ਰਾਂਟ ਨੂੰ ਨਹੀਂ ਉਡੀਕਿਆ, ਉਹਨਾਂ ਨੇ ਹੌਸਲਾ ਦਿੱਤਾ। ਅਸੀਂ ਉਸ ਜਿਹੜੀ ਥੱਲੇ ਤੁਸੀਂ ਦੇਖ ਰਹੇ ਹੋ PSLV ਪੋਲਰ ਸੈਟੇਲਾਈਟ ਲਾਂਚ ਵਹੀਕਲ ਹੈ ਜਿਹੜਾ, ਉਹ ਅਸੀਂ ਆਪਣੇ ਪਾਰਕ ਦੇ ਵਿੱਚ ਖੜਾ ਕਰ ਲਿਆ। ਉਸ ਤੋਂ ਬਾਅਦ ਮੇਰੇ ਕੋਲ ਹੋਰ ਕਨਸੈਪਟ ਆਏ ਮੇਰੇ ਦਿਮਾਗ ਦੇ ਵਿੱਚ ਵੀ, ਸੋਲਰ ਕਲੌਕ ਕਿਵੇਂ ਕੰਮ ਕਰਦੇ ਸੀ ਪਹਿਲਾਂ, ਸੋਲਰ ਡਾਇਲ ਕਿਵੇਂ ਕੰਮ ਕਰਦੇ ਸੀਗੇ, ਜਿਹੜੇ ਦਰਬਾਰ ਸਾਹਿਬ ਦੀ ਪ੍ਰਕਰਮਾ 'ਚ ਲੱਗਿਆ ਹੋਇਆ ਉਹ ਬੱਚਿਆਂ ਨੂੰ ਇੱਥੇ ਦਿਖਾਇਆ ਜਾ ਸਕੇ, ਹੈ ਨਾ। ਤੇ ਇਹ ਚੀਜ਼ਾਂ ਨੂੰ ਲੈ ਕੇ ਜਦੋਂ ਅਸੀਂ ਚੱਲੇ ਤਾਂ ਮੇਰੇ ਸਾਥੀਆਂ ਨੇ, ਜਦੋਂ ਅਸੀਂ PSLV ਨੂੰ ਕਲਰ ਕਰ ਰਹੇ ਸੀ ਨਾ, ਰੰਗ ਦੇ ਰਹੇ ਸੀ, ਕੋਈ ਕਹਿ ਰਿਹਾ ਸੀ ਆਹ ਰੰਗ ਇਸ ਤਰ੍ਹਾਂ ਕਰਨਾ, ਕੋਈ ਕਹਿ ਰਿਹਾ ਸੀ ਆਪ ਘੋੜੀਆਂ ਪੌੜੀਆਂ ਲਾ ਕੇ ਚੜ੍ਹੇ ਹੋਏ ਸੀ ਸਾਰੇ ਮੇਰੇ ਸਾਥੀ ਅਧਿਆਪਕ, ਚਾਹੇ ਉਹ ਲੇਡੀਜ਼ ਸੀ ਚਾਹੇ ਜੈਂਟ ਸੀ, ਪੇਂਟ ਕਰ ਰਹੇ ਸੀ ਮੇਰੇ ਨਾਲ। ਤੇ ਇਹ ਪ੍ਰੋਜੈਕਟ ਸਾਡਾ ਜਿਹੜਾ ਇੱਕ ਉਹ ਟੈਕਨੋਲੋਜੀ ਪਾਰਕ ਦਾ ਇੱਕ ਨਵੇਕਲਾ, ਤੇ ਮੇਰੇ ਖਿਆਲ ਤੇ ਐਜੂਕੇਸ਼ਨਲ ਪਾਰਕ ਤਾਂ ਬਹੁਤ ਬਣੇ ਆ, ਪਰ ਟੈਕਨੋਲੋਜੀ ਪਾਰਕ ਜਿਹੜਾ ਹੈਗਾ ਉਹ ਸਕੂਲ ਦੇ ਵਿੱਚ ਪਹਿਲਾਂ ਅਸੀਂ ਐਸਟੈਬਲਿਸ਼ ਕਰਨ 'ਚ ਕਾਮਯਾਬ ਹੋਏ ਹਾਂ। ਇਹ ਕਨਸੈਪਟ ਜਹਾਜ਼ ਕਿਸ ਤਰ੍ਹਾਂ ਉੱਡਦੇ ਆ, ਤਾਂ ਜਹਾਜ਼ ਨੂੰ ਉਡਾਉਣ ਦਾ ਜਿਹੜਾ ਕਨਸੈਪਟ ਹੈ ਉਹ ਬੱਚਿਆਂ ਦੇ ਵਿੱਚ ਲਿਆਂਦਾ ਗਿਆ ਕਿ ਕਿਸ ਤਰ੍ਹਾਂ ਦੇ ਨਾਲ ਉਹ ਫਿਰ ਅੱਗੇ ਜਾ ਕੇ ਲੈਂਡ ਕਰਦਾ, ਕਿਸ ਤਰ੍ਹਾਂ। ਇਹ ਅਸੀਂ ਇੱਥੇ ਤਿਆਰ ਕੀਤਾ ਕਿ ਕਿਸ ਤਰ੍ਹਾਂ ਦੇ ਨਾਲ ਇਹ ਰੌਕਟ ਦਾ ਜਿਹੜਾ ਉੱਪਰਲਾ ਹਿੱਸਾ ਹੁੰਦਾ, ਜਿਹੜਾ ਰੈੱਡ ਪੋਰਸ਼ਨ ਦਾ ਅਸੀਂ ਬਣਾਇਆ ਵੀ ਉਸ ਦੇ ਵਿੱਚ ਹੈ ਜਿਹੜੇ ਸਾਡੇ ਔਰਬਿਟ ਦੇ ਵਿੱਚ ਘੁਮਾਉਣ ਦੇ ਲਈ ਜਿਹੜੇ ਅਸੀਂ ਰੌਕਟਸ ਹੈ ਉਹ ਉਹਦੇ ਵਿੱਚ ਪਾ ਦਿੰਦੇ ਹਾਂ ਤੇ ਇਸ ਨੂੰ ਉਹ ਉੱਪਰ ਲੈ ਕੇ ਚੱਲਾ ਜਾਂਦਾ। ਤੇ ਇਹ ਸਾਰੀਆਂ ਸਟੇਜਿਸ ਹੈ ਜਿਹੜੀਆਂ ਇੱਥੇ ਵੱਖਰੀਆਂ ਹੋ ਜਾਂਦੀਆਂ। ਇਸ ਦੇ ਵਿੱਚ ਸੋਲਿਡ ਫਿਊਲ ਹੈ ਜਿਹੜਾ, ਉਹਦੇ ਵਿੱਚ ਲਿਕੁਇਡ ਫਿਊਲ ਹੈ, ਉਹ ਸਾਰਾ ਫਿਊਲ ਹੈ ਜਿਹੜਾ ਉਹ ਬਰਨ ਅਪ ਹੋ ਜਾਂਦਾ, ਉਹ ਹੇਠਾਂ ਡਿੱਗਦਾ ਰਹਿੰਦਾ ਤੇ ਉੱਪਰ ਜਾ ਕੇ ਉਹ ਆਰਬਿਟ ਦੇ ਵਿੱਚ ਸਥਿਤ ਹੋ ਜਾਂਦਾ। ਤੇ ਪੋਲਰ ਸੈਟੇਲਾਈਟ ਲਾਂਚ ਵਹੀਕਲ ਹੈ ਜਿਹੜਾ ਇਸ ਤਰ੍ਹਾਂ ਕੰਮ ਕਰਦਾ। ਉਹ ਬੱਚੇ ਨੂੰ ਇੱਥੇ ਬੈਠੇ ਨੂੰ ਪਤਾ ਲੱਗ ਜਾਂਦਾ ਵੀ ਇਹ ਚੀਜ਼ਾਂ ਕਿਵੇਂ ਕੰਮ ਕਰ ਰਹੀਆਂ। ਇਹ ਨੈਸ਼ਨਲ ਪ੍ਰੋਜੈਕਟ ਸਾਡੇ ਇੱਥੇ ਲੈਕਚਰਰ ਫਿਜ਼ਿਕਸ ਸੀਗੇ ਸਰਦਾਰ ਸੁਖਦਰਸ਼ਨ ਸਿੰਘ ਜੀ, ਉਹ ਆਪਣੇ ਬੱਚਿਆਂ ਨੂੰ ਨੈਸ਼ਨਲ ਲੈਵਲ ਤੇ ਜਿਹੜਾ ਹੈ ਉੜੀਸਾ ਦੇ ਵਿੱਚ ਜਦੋਂ ਲੈ ਕੇ ਗਏ ਤਾਂ ਅਸੀਂ ਪ੍ਰੋਜੈਕਟ ਨੂੰ ਸੰਭਾਲ ਕੇ ਰੱਖਿਆ ਕਿ ਤਾਂ ਬੱਚਿਆਂ ਨੂੰ ਪਤਾ ਲੱਗੇ ਕਿ ਇਹ ਜਿਹੜਾ ਪ੍ਰੋਜੈਕਟ ਹੈ ਕਿਸ ਤਰ੍ਹਾਂ ਦੇ ਨਾਲ ਵਰਕ ਕਰਦਾ। ਕਿਉਂਕਿ ਜਿਵੇਂ ਜਿਵੇਂ ਸਰਕੂਲਰ ਮੋਸ਼ਨ ਦੇ ਵਿੱਚ ਚੱਕਰਾਕਾਰ ਗਤੀ ਦੇ ਵਿੱਚ ਜਦੋਂ ਚੀਜ਼ਾਂ ਆਉਂਦੀਆਂ ਤਾਂ ਜਦੋਂ ਉਹ ਚੱਲਣਗੀਆਂ ਤਾਂ ਉਹਨਾਂ ਦੇ ਨਾਲ ਗਰਾਰੀਆਂ ਜਿਹੜੀਆਂ ਥੱਲੇ ਫਿੱਟ ਹੋਣਗੀਆਂ ਸੜਕ ਦੇ ਥੱਲੇ, ਉਹ ਗਰਾਰੀਆਂ ਘੁੰਮਣਗੀਆਂ, ਉਹਨਾਂ ਗਰਾਰੀਆਂ ਦੇ ਘੁੰਮਣ ਦੇ ਨਾਲ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ। ਤਾਂ ਉਸ ਚੌਂਕ ਦੀ ਬਿਜਲੀ ਹੈ ਜਿਹੜੀ ਉਹ ਸਿਰਫ ਉਹਨਾਂ ਜਿਹੜੀਆਂ ਵਾਹੀਕਲਸ ਆ ਉਹਨਾਂ ਦੇ ਚੱਲਣ ਦੇ ਨਾਲ ਉੱਥੋਂ ਹੀ ਪੈਦਾ ਹੋ ਜਾਇਆ ਕਰੂ। ਆਉਣ ਵਾਲੇ ਸਮੇਂ ਦੀ ਇਹ ਸਾਡੀ ਸੋਚ ਹੈ। ਇਸ ਤਰ੍ਹਾਂ ਦੇ ਕਨਸੈਪਟ ਜਿਵੇਂ ਤੁਸੀਂ ਆਪਣਾ ਦੇਖਿਆ, ਸਾਰੇ ਬੱਚਿਆਂ ਨੇ ਦੇਖਿਆ ਕਿ 1 2 3 4 5 6 7 8 9, ਪਰ ਕੀ ਉਹਨੂੰ ਪਤਾ ਵੀ 1 ਨੂੰ ਇਸ ਤਰ੍ਹਾਂ 1 ਕਿਉਂ ਲਿਖਿਆ ਜਾਂਦਾ, 2 ਨੂੰ 2। ਤਾਂ ਇੱਥੇ ਕਨਸੈਪਟ ਹੈ ਜਿਹੜਾ ਕਿ 1 ਜਦੋਂ ਲਿਖਦੇ ਆ ਇਸ ਤਰ੍ਹਾਂ ਤਾਂ 1 ਐਂਗਲ ਆਉਂਦਾ, 2 ਲਿਖਦੇ ਆ ਤਾਂ ਉਹਦੇ ਵਿੱਚ 2 ਐਂਗਲ ਹੈ, 3 ਲਿਖਦੇ ਆ ਤਾਂ ਉਹਦੇ ਵਿੱਚ 3 ਕੋਣ ਬਣਦੇ ਆ, 4 ਦੇ ਵਿੱਚ 1 2 3 ਤੇ 1 4 ਕੋਣ ਬਣਦੇ, 5 ਚ 5, ਇਸ ਤਰ੍ਹਾਂ 9 ਦੇ ਵਿੱਚ 9 ਕੋਣ ਬਣਦੇ ਆ। ਤੇ ਇਹ ਕਨਸੈਪਟ ਹੈ ਉਸ ਬੱਚੇ ਨੂੰ ਜਦੋਂ ਪਤਾ ਲੱਗ ਗਿਆ ਵੀ 1 ਕੀ ਹੈ, 2 ਕੀ ਹੈ, 3 ਕੀ ਹੈ, ਉਹਨੂੰ ਸਹਿਜੀ। ਤੇ ਅਸੀਂ ਟਰੀਜ਼ ਦੇ ਉੱਤੇ ਵੀ ਜਿਹੜੇ ਹੈ ਪ੍ਰੋਜੈਕਟ ਲਗਾ ਕੇ ਰੱਖੇ ਹੋਏ ਕਿ ਕਿਸ ਤਰ੍ਹਾਂ ਦੇ ਨਾਲ ਇਹ ਜਿਹੜੀ ਸਰਿੰਜ ਹੈ ਸਾਡੀ ਇਹ ਕੰਮ ਕਰਦੀ ਹੈ। ਹੁਣ ਇਹ ਜਿਹੜੀ ਸਰਿੰਜ ਹੈ ਇਸ ਨੂੰ ਅਸੀਂ ਵਰਕਿੰਗ ਦਿਖਾਉਣ ਦੇ ਲਈ ਉਹਨਾਂ ਨੂੰ ਦੱਸਦੇ ਹਾਂ ਕਿ ਇਹ ਸਰਿੰਜ ਹੈ ਸਾਡੇ ਕੋਲ, ਤਾਂ ਇਸ ਨੂੰ ਜਦੋਂ ਖਿੱਚਦੇ ਹਾਂ ਤਾਂ ਇਹਦੇ ਵਿੱਚ ਹਵਾ ਆ ਜਾਂਦੀ। ਬੱਚੇ ਨੂੰ ਪਤਾ ਲੱਗ ਗਿਆ, ਪਰ ਮੈਂ ਉਹਨਾਂ ਨੂੰ ਇੱਥੇ ਇਹ ਗੱਲ ਨਹੀਂ ਕਹਿ ਕੇ ਖਹਿੜਾ ਛੱਡਦਾ ਉਹਨਾਂ ਦਾ ਵੀ ਇਸ 'ਚ ਹਵਾ ਆ ਗਈ, ਹਾਂਜੀ ਹਵਾ ਆ ਗਈ। ਮੈਂ ਕਿਹਾ ਨਾ, ਮੈਨੂੰ ਤਾਂ ਇਹ ਸਿੱਧ ਕਰਕੇ ਦਿਖਾ ਵੀ ਇਹਦੇ 'ਚ ਹਵਾ ਹੈ। ਕਹਿੰਦੇ ਜੀ ਹਵਾ ਹੀ ਹੈ।
मैं कहा किवें हवा है, सिद्ध करके दिखा। वो बड़ी कोशिश करता, ਉਹਦਾ ਦਿਮਾਗ ਲੜਾਉਂਦਾ, ਪੁੱਛਦਾ ਕਿਵੇਂ ਕਰਾਂ ਹੈ ਨਾ। ਫਿਰ ਉਸ ਨੂੰ ਦੱਸੀਦਾ ਕਿ ਜੇ ਇਹਨੇ ਆਲੇ ਦੁਆਲੇ ਕੀ ਖਿੱਚਿਆ, ਇਹਦੇ ਵਿੱਚ ਆਲੇ ਦੁਆਲੇ ਕੀ ਹੈ, ਹਵਾ, ਇਹਦੇ ਅੰਦਰ ਕੀ ਆਇਆ, ਹਵਾ, ਇਸ ਲਈ ਹਵਾ ਹੈ। ਵੀ ਸਿੱਧ ਕਿਵੇਂ ਕਰੇਗਾ? ਮੈਂ ਕਿਹਾ ਇਸ ਨੂੰ ਬਾਲਟੀ ਪਾਣੀ ਦੇ ਵਿੱਚ ਰੱਖ ਕੇ ਦੱਬ ਤਾਂ ਉਹਦੇ 'ਚੋਂ ਬੁਲਬੁਲੇ ਨਿਕਲਣਗੇ, ਹਵਾ ਹੈ, ਸਿੱਧ ਹੋ। ਤਾਂ ਇਹ ਜਿਹੜਾ ਕਨਸੈਪਟ ਹੈ, ਹੁਣ ਇਸ ਦੇ ਨਾਲ ਹੀ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਹੈ ਕਿ ਖਲਾ ਵੈਕਿਊਮ ਕੀ ਹੈ। ਤਾਂ ਵੈਕਿਊਮ ਪੜ੍ਹਾਉਣ ਦੇ ਲਈ ਇਸੇ ਸਿਰਿੰਜ ਨੂੰ ਮੈਂ ਵਰਤਦਾ ਔਰ ਉਹਨਾਂ ਨੂੰ ਦਿਖਾ ਦਿੰਦਾ ਵੈਕਿਊਮ ਕੀ ਹੈ। ਇੱਥੋਂ ਹੁਣ ਹਵਾ ਅੰਦਰ ਨਹੀਂ ਜਾਣ ਦੇਣੀ ਅਸੀਂ। ਜਦੋਂ ਹਵਾ ਅੰਦਰ ਨਹੀਂ ਜਾ ਰਹੀ ਤਾਂ ਅੰਦਰ ਹਵਾ ਨਹੀਂ ਜਾ ਰਹੀ, ਪਰ ਫਿਰ ਵੀ ਮੈਂ ਇਹਨੂੰ ਖਿੱਚ ਲੈਂਦਾ। ਜਦੋਂ ਫਿਰ ਵੀ ਇਸ ਨੂੰ ਖਿੱਚ ਲੈਂਦਾ ਤਾਂ ਇਹ ਹੁਣ ਇੱਥੇ ਖਲਾ ਪੈਦਾ ਹੋ ਗਿਆ। ਤਾਂ ਹੁਣ ਤੁਸੀਂ ਦੇਖੋਗੇ ਕਿ ਇਹ ਜਿਹੜਾ ਪਿਸਟਨ ਮੇਰਾ ਇੱਥੇ ਖਿੱਚਿਆ ਹੋਇਆ, ਇਹ ਜਦੋਂ ਹੀ ਛੱਡੂਗਾ ਇੱਕਦਮ ਵਾਪਸ ਜਾਊ। ਤੇ ਇਹ ਸਿੱਧ ਕਰਦਾ ਹੈ ਕਿ ਉੱਥੇ ਹੁਣ ਹਵਾ ਨਹੀਂ ਸੀ ਤਾਂ ਉਹ ਵਾਪਸ ਜਾ ਰਿਹਾ ਸੀ, ਕਿ ਹਵਾ ਹੈ ਤਾਂ ਉਹ ਵਾਪਸ ਨਹੀਂ ਜਾ ਰਿਹਾ। ਇਸ ਦਾ ਮਤਲਬ ਇਸ ਦੇ ਵਿੱਚ ਕੁਝ ਹੈ। ਇਸ ਲਈ ਮੈਂ ਬੱਚਿਆਂ ਨੂੰ ਕਨਸੈਪਟ ਦਿੰਦਾ ਕਿ ਕਦੇ ਵੀ ਇਹ ਨਾ ਕਿਹਾ ਕਰੋ ਵੀ ਮੇਰੀ ਚਾਹ ਬਹੁਤ ਗਰਮ ਹੈ, ਖਾਲੀ ਗਲਾਸ ਲੈ ਕੇ ਆ। ਮੈਂ ਕਿਹਾ ਖਾਲੀ ਨਹੀਂ ਹੁੰਦਾ, ਜੇ ਤੂੰ ਵਿਗਿਆਨੀ ਹੈ ਨਾ ਫਿਰ ਗਲਾਸ ਖਾਲੀ ਨਹੀਂ ਹੁੰਦਾ, ਗਲਾਸ ਹਵਾ ਵਾਲਾ ਹੁੰਦਾ। ਕਹਿੰਦਾ ਫਿਰ ਸਰ ਜੀ ਫਿਰ ਐਂ ਕਿਹਾ ਕਰੀ ਵੀ ਹਵਾ ਵਾਲਾ ਗਲਾਸ ਲੈ ਕੇ ਆਈਏ। ਮੈਂ ਕਿਹਾ ਜੇ ਤੂੰ ਵਿਗਿਆਨੀ ਹੈ ਫਿਰ ਤਾਂ ਇਹੀ ਕਿਹਾ ਕਰ ਵੀ ਹਵਾ ਹੈਗੀ ਹੈ, ਹਵਾ ਨਿਕਲੂਗੀ ਤਾਂ ਫਿਰ ਉਹਦੇ ਵਿੱਚ ਪਾਣੀ ਜਾਂ ਚਾਹ ਉਹਦੇ 'ਚ ਸਮਾ ਸਕਦੀ ਹੈ, ਉਦੋਂ ਤੱਕ ਕੋਈ ਵੀ ਚੀਜ਼ ਨਹੀਂ ਸਮਾ ਸਕਦੀ। ਸੈਮੀਨਾਰਸ, ਮੈਂ ਟੀਚਰ ਟ੍ਰੇਨਿੰਗ ਸੈਮੀਨਾਰਸ ਲੈਂਦਾ ਸੀ, ਟੀਚਰਸ ਨੂੰ ਟ੍ਰੇਨਿੰਗ ਦਿੰਦੇ ਸੀ ਅਸੀਂ। ਤਾਂ ਉਸ ਟੀਚਰ ਟ੍ਰੇਨਿੰਗ ਦੇ ਵਿੱਚ ਮੈਂ ਉਹ ਵਿਗਿਆਨ ਇੱਕ ਕਮਾਲ, ਇੱਕ ਬਕਸਾ ਤਿਆਰ ਕੀਤਾ ਮੈਂ। ਉਸ ਬਕਸੇ ਨੂੰ ਜਦੋਂ ਉੱਥੇ ਮੈਂ ਲੈ ਕੇ ਜਾਂਦਾ ਟੀਚਰਸ ਦੇ ਵਿੱਚ, ਤਾਂ ਟੀਚਰਸ ਕਹਿੰਦੇ ਆ ਕਿ ਡੇਲੀ ਰੂਟੀਨ ਦੇ ਜਿਹੜੇ ਲੈਕਚਰ ਹੁੰਦੇ ਸੀਗੇ ਲੰਬੇ ਉਹਨਾਂ ਤੋਂ ਅਸੀਂ ਉਕਤਾ ਚੁੱਕੇ ਸੀ, ਪਰ ਐਕਸਪੈਰੀਮੈਂਟਲ ਜਿਹੜਾ ਤੁਸੀਂ ਲੈ ਕੇ ਆਏ ਹੋ ਨਵਾਂ ਕਨਸੈਪਟ, ਇਹ ਬੜਾ ਮਜ਼ੇਦਾਰ ਸੀ। ਸਰ ਡੇਲੀ ਸਾਨੂੰ ਐਕਸਪੈਰੀਮੈਂਟ ਹੀ ਕਰਾਇਆ ਕਰੋ। ਤਾਂ ਐਕਸਪੈਰੀਮੈਂਟ ਦਾ ਸ਼ੁਰੂ ਹੋ ਗਿਆ। ਉਸ ਤੋਂ ਬਾਅਦ ਫਿਰ ਗੱਤੇ ਸੇ ਗਣਿਤ, ਇੱਕ ਨਰੇਸ਼ ਭਾਸਕਰ ਜੀ ਆ ਸਾਡੇ, ਉਹਨਾਂ ਨੇ ਗੱਤੇ ਸੇ ਗਣਿਤ ਦਾ ਕਨਸੈਪਟ ਹੈ ਜਿਹੜਾ ਅਖਬਾਰ ਦੇ ਵਿੱਚ ਛਾਪਿਆ। ਤਾਂ ਉਹ ਛਪਣ ਦੀ ਦੇਰ ਸੀ ਕਿ ਮੇਰੇ ਕੋਲ ਇਹ ਆਉਣਾ ਸ਼ੁਰੂ ਹੋ ਗਿਆ ਕਿ ਸਰ ਮੈਥਮੈਟਿਕਸ ਦੇ ਵਿੱਚ ਵੀ ਮਾਡਲ ਬਣ ਸਕਦੇ ਆ, ਪ੍ਰੋਜੈਕਟ ਬਣ। ਮੈਂ ਕਿਹਾ ਕਿਉਂ ਨਹੀਂ ਬਣ ਸਕਦੇ, ਬਿਲਕੁਲ ਬਣ ਸਕਦੇ। ਇਹ ਗੱਲਾਂ ਮੈਂ ਤੁਹਾਡੇ ਨਾਲ 2012-13 ਦੀਆਂ ਕਰ ਰਿਹਾ। ਤਾਂ ਇਹ ਸਫ਼ਰ ਹੈ ਜਿਹੜਾ ਇਸ ਤਰ੍ਹਾਂ ਚੱਲਦਾ ਉਹਨਾਂ ਡੱਬਿਆਂ ਤੋਂ ਕਾਰ ਤੱਕ ਪਹੁੰਚਿਆ। ਤੇ ਉਹ ਕਾਰ ਹੈ ਜਿਹੜੀ ਚੱਲਦੀ ਫਿਰਦੀ ਪ੍ਰਯੋਗਸ਼ਾਲਾ ਬਣੀ। ਉਹ ਚੱਲਦੀ ਫਿਰਦੀ ਪ੍ਰਯੋਗਸ਼ਾਲਾ ਦੀ ਫਿਰ ਇੰਨੀ ਜ਼ਿਆਦਾ ਡਿਮਾਂਡ ਹੋ ਗਈ, ਹਰ ਸਕੂਲ ਚਾਹੁੰਦਾ ਸੀਗਾ ਕਿ ਤੁਸੀਂ ਸਾਡੇ ਸਕੂਲ 'ਚ ਆ ਕੇ ਸਾਡੇ ਬੱਚਿਆਂ ਨੂੰ ਇਹ ਚੀਜ਼ਾਂ ਦਿਖਾਓ। ਸਾਡੇ ਬੱਚੇ ਬੜਾ ਮਤਲਬ ਉਸ ਨੂੰ ਇੰਜੋਏ ਕਰਦੇ ਆ ਜੀ। ਜਦੋਂ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਅਸੀਂ ਲਾਂਚ ਕੀਤਾ ਉਸ ਨੂੰ ਪੰਜਾਬ ਦੇ ਵਿੱਚ, ਤਾਂ ਉਸ ਤੋਂ ਬਾਅਦ ਨੇੜੇ ਤੇੜੇ ਦੇ ਡਿਸਟ੍ਰਿਕਟ 'ਚੋਂ ਫੋਨ ਆਉਣੇ ਸ਼ੁਰੂ ਹੋਏ। ਪਹਿਲਾਂ ਤਾਂ ਜ਼ਿਲ੍ਹੇ ਦੇ ਵਿੱਚ 18 ਸਕੂਲ ਕਵਰ ਕੀਤੇ ਮੈਂ ਉਸ ਟਾਈਮ, 12 ਤੇ 13 ਦੇ ਵਿੱਚ। ਤਾਂ ਉਸ ਤੋਂ ਬਾਅਦ ਬਾਹਰਲੇ ਸਕੂਲਾਂ ਤੋਂ ਫੋਨ ਆਉਣੇ ਸ਼ੁਰੂ ਹੋ ਗਏ। ਫਿਰ ਦਿੱਲੀ ਤੋਂ ਇੱਕ ਕਾਲ ਆਈ ਮੈਨੂੰ। ਜਦੋਂ ਦਿੱਲੀ ਤੋਂ ਕਾਲ ਆਉਂਦੀ ਹੈ ਕਿ ਤੁਸੀਂ, ਕਿਉਂਕਿ ਉਹ ਇੰਗਲਿਸ਼ ਦੇ ਟ੍ਰਿਬਿਊਨ ਦੇ ਵਿੱਚ ਆਰਟੀਕਲ ਛਪਦਾ ਹੈ ਕਿ ਇੱਕ ਇਨਸਾਨ ਹੈ ਜਿਹੜਾ ਉਹ ਆਪਣੀ ਕਾਰ ਦੇ ਵਿੱਚ ਹੀ ਪ੍ਰਯੋਗ ਲੈ ਕੇ ਘੁੰਮ ਰਿਹਾ ਹੈ। ਤੇ ਜਦੋਂ ਉਹ ਛਪਦਾ ਤਾਂ ਉਸ ਤੋਂ ਬਾਅਦ ਦਿੱਲੀ ਮੈਨੂੰ ਕੰਟੈਕਟ ਕੀਤਾ ਜਾਂਦਾ, ਦਿੱਲੀ ਵਾਲਿਆਂ ਵੱਲੋਂ, ਸਾਇੰਟਿਸਟਸ ਵੱਲੋਂ। ਔਰ ਮੈਂ ਉੱਥੇ ਇੱਕ ਪੇਜ ਲਿਖ ਕੇ ਭੇਜਦਾ ਸਿਰਫ ਕਿ ਮੈਂ ਇਹ ਕਨਸੈਪਟ ਲੈ ਕੇ ਤੁਰਿਆ ਹੋਇਆ, ਤੇ ਮੈਨੂੰ 1 ਲੱਖ ਰੁਪਏ ਦਾ ਕੈਸ਼ ਪ੍ਰਾਈਜ਼ ਉਹਨਾਂ ਵੱਲੋਂ ਦਿੱਤਾ ਜਾਂਦਾ, ਮਿਨਿਸਟਰੀ ਆਫ ਸਾਇੰਸ ਐਂਡ ਟੈਕਨੋਲੋਜੀ ਵੱਲੋਂ, ਕਿ ਵਾਹ। ਤੇ ਨਾਲ ਮੈਂ ਸਾਇੰਟਿਸਟ ਨੂੰ ਪੁੱਛਿਆ ਕਿ ਇਹ ਜਿਹੜਾ ਕੰਮ मैं कर रहा ये तो बहुत लोग होंगे। कहते नहीं सरदार जी आप बातें कैसी करते हो, यहाँ पर तो 220 अर्जियाँ आई हुई थी, लेकिन जब भी ज्यूरी बैठती थी 20 बार ज्यूरी बैठी है और 20 बार आपका प्रोजेक्ट ऊपर आता था, हम क्या कर सकते थे। तो मतलब उन्हों की ईमानदारी तो मैं इस मनदा भी जे अज ईमानदारी जिंदा है तो एक पिंड दे विच, एक शहर दे विच बैठा होया व्यक्ति जिहड़ा अपने इस काम नूं शुरू करता है तो उस काम नूं नैशनल लैवल ते रिकगनाइशन मिलती है और बगैर किसी सिफारिश के मिलती है। तो अज ये कहा जाता भी कोई भी काम सिफारिश तो बिना नहीं होंदा, पर नहीं, हाले भी जिहड़ा बीज नास नहीं है इस चीज़ का, मैं कहना चाहांगा। तो उन्होंने इसनूं रिकगनिशन दी और रिकगनिशन मिलण दे नाल फिर पंजाब सरकार दे वल्लों मैनूं सिक्ख्या रत्न अवार्ड मिलिया इस काम दे लई भी इन्होंने अपनी कार दे विच लैब बनाई है। इस बंदे ने सिक्ख्या रत्न का अवार्ड मैनूं प्रदान किया गया उस वेले दे सिक्ख्या मंत्री जी द्वारा। उस तो बाद गवर्नर अवार्ड मिलता मैनूं। उस तो बाद फिर मैनूं अकैडमिक्स दे विच राष्ट्रपति जी द्वारा जिहड़ा सन्मानित किया जाता है। तो मतलब ये जिहड़ियां पड़ाव सी ना, ये पड़ाव मैनूं मोटिवेट करते हैं। फिर मेरी मतलब भी पब्लिसिटी हो जाती है, मैनूं लोग होर जानन लग जाते हैं। जो लोग जानन लग जाते वो कहते सर तुसीं साडे कॉलेज आ सकते हो, सर तुसीं इहदे पैसे किन्ने लओगे। मैं कहा नहीं जी, ये तो एक सेवा का कार्य शुरू किया है, इहदी कोई पैसा नहीं लैंदा मैं, ये फ्री ऑफ कॉस्ट है। हाँ तुसीं अपने बच्चों का समा दे रहे हो, तुसीं अपना समा दे रहे हो, ठीक है। मैं आया तुहाडे कोल, तुसीं इस तो सिक्ख्या अपने बच्चों नूं दिवाओ, इस तो वध होर कुछ भी नहीं मैं तुहाडे तो लैणा है। ਤਾਂ ਅੱਜ ਇਹ ਕਾਰ ਹੈ ਜਿਹੜੀ 1132 ਥਾਵਾਂ ਤੇ ਹਿੰਦੁਸਤਾਨ ਦੇ 10 ਰਾਜਾਂ ਦੇ ਵਿੱਚ 7 ਲੱਖ ਲੋਕਾਂ ਨੂੰ ਮਿਲ ਚੁੱਕੀ ਹੈ ਕਾਰ ਔਰ ਉਹਨਾਂ ਨੂੰ ਸਾਇੰਸ ਪੜ੍ਹਾ ਚੁੱਕੀ ਹੈ।
ਇੱਥੋਂ ਮੈਂ ਇੱਕ ਸਿੱਖਿਆ ਲਈ ਹੈ ਕਿ ਸਾਡੇ ਸਮਾਜ ਦੇ ਵਿੱਚ ਸਿੱਖਣ ਦੀ ਰੁਚੀ ਬਹੁਤ ਜ਼ਿਆਦਾ ਹੈ, ਪਰ ਸਾਡੇ ਸਮਾਜ ਦੇ ਕੋਲ ਸਿੱਖਣ ਦੀ ਰੁਚੀ ਕਿਸ ਚੀਜ਼ ਦੇ ਵਿੱਚ ਹੈ ਤੇ ਕਿਸ ਨੇ ਦੇਣੀ ਹੈ, ਇਹ ਅਸੀਂ ਉਹਨਾਂ ਬੰਦਿਆਂ ਨੂੰ ਲੱਭ ਨਹੀਂ ਪਾਏ। ਬਸ ਇਹ ਸਾਡੇ 'ਚ ਬੜਾ ਇੱਕ ਮਤਲਬ ਵੀ ਗੈਪ ਜਿਹੜਾ ਹੈ ਉਹ ਰਿਹਾ। ਤਾਂ ਇਸ ਕਨਸੈਪਟ ਨੂੰ ਜਦੋਂ ਲੈ ਕੇ ਚੱਲੇ ਅਸੀਂ, ਤਾਂ ਹਰ ਹੱਥ ਕਲਮ, ਵੀ ਹਰ ਹੱਥ ਦੇ ਵਿੱਚ ਕਲਮ ਹੋਣੀ ਚਾਹੀਦੀ ਹੈ, ਹਰ ਹੱਥ ਦੇ ਵਿੱਚ ਪੈਨ ਹੋਣਾ ਚਾਹੀਦਾ, ਹਰ ਹੱਥ ਸਕਿਲਡ ਹੋਣਾ ਚਾਹੀਦਾ, ਹਰ ਹੱਥ। ਅੱਜ ਮੇਰੇ ਬੱਚੇ ਨੂੰ ਕਹੋ ਨਾ ਕਿ ਤੂੰ ਆਹ ਥੋੜੀ ਪਈ ਆ ਕਿੱਲ ਪਿਆ ਤੇ ਇੱਥੇ ਠੋਕ ਦੇ, ਕੰਧ ਦੇ ਵਿੱਚ ਠੋਕ ਨਹੀਂ ਸਕਦਾ। ਉਸ ਨੂੰ ਕਹੀਏ ਤੇਰੀ ਚੱਪਲ ਟੁੱਟ ਗਈ ਹੋਈ ਹੈ ਤਾਂ ਤੂੰ ਇਸ ਨੂੰ ਟੈਂਪਰੇਰੀਲੀ ਠੀਕ ਕਰ ਲੈ ਤੇ ਫਿਰ ਬਾਅਦ ਦੇ ਵਿੱਚ ਤੁਸੀਂ ਕੋਬਲਰ ਦੇ ਕੋਲ ਚਲੇ ਜਾਓ, ਤਾਂ ਨਹੀਂ ਕਰ ਸਕਦਾ ਹੈ। ਪਰ ਸਾਡੇ 'ਚ ਉਹ ਕਲਾ ਸੀ, ਸਾਡੇ ਵੱਡੇ ਵਡੇਰਿਆਂ ਨੇ ਪਾਈ ਸੀ ਕਿ ਇਸ ਦੇ ਥੱਲੇ ਤੁਸੀਂ ਇਸ ਤਰ੍ਹਾਂ ਪਿੰਨ ਲਗਾ ਕੇ ਥੋੜ੍ਹੀ ਦੇਰ ਕੰਮ ਚਲਾ ਸਕਦੇ ਹੋ, ਇਸ ਦੇ ਵਿੱਚ ਤੁਸੀਂ ਕੋਈ ਸੂਈ ਧਾਗਾ ਲੈ ਕੇ ਉਸ ਨੂੰ ਥੋੜ੍ਹਾ ਬਹੁਤਾ ਮਤਲਬ ਟੈਂਪਰੇਰੀਲੀ, ਜਿਸ ਤਰ੍ਹਾਂ ਸਾਡੇ ਮੈਡੀਕਲ ਦੇ ਵਿੱਚ ਫਸਟ ਏਡ ਦਾ ਕੰਸੈਪਟ ਆ ਜਾਂਦਾ ਇਸ ਤਰ੍ਹਾਂ। ਤਾਂ ਇਹ ਸਕਿੱਲ ਨੂੰ ਲੈ ਕੇ ਇਹ ਲੈਬਸ ਜਿਹੜੀਆਂ ਡਿਵੈਲਪ ਹੋਈਆਂ। 1990 ਦੇ ਵਿੱਚ ਮੈਂ ਜੌਬ ਸ਼ੁਰੂ ਕੀਤੀ ਸੀ ਆਪਣੇ ਪ੍ਰਾਈਵੇਟ ਸਕੂਲ ਤੋਂ। ਉਸ ਵੇਲੇ ਮੈਂ ਇੱਕ ਮੈਥਮੈਟਿਕਸ ਦੇ ਟੀਚਰ ਦੇ ਤੌਰ ਤੇ ਉੱਥੇ ਭਰਤੀ ਹੋਇਆ ਸੀ ਪ੍ਰਾਈਵੇਟ ਇੰਸਟੀਟਿਊਸ਼ਨ ਦੇ ਵਿੱਚ, ਔਰ ਉਸ ਇੰਸਟੀਟਿਊਸ਼ਨ ਦੇ ਵਿੱਚ ਹੀ ਮੈਂ ਐਜ਼ ਏ ਪ੍ਰਿੰਸੀਪਲ ਫਿਰ ਉੱਥੋਂ ਮਤਲਬ ਵੀ ਆਇਆ ਜਦੋਂ ਮੈਨੂੰ ਗਵਰਨਮੈਂਟ ਜੌਬ ਮਿਲ ਗਈ। ਤਾਂ ਫਿਰ ਉੱਥੋਂ ਜਦੋਂ ਮੈਂ ਆਇਆ ਤਾਂ ਉਸ ਤੋਂ ਬਾਅਦ ਮੈਂ ਦਯਾਨੰਦ ਪਬਲਿਕ ਸਕੂਲ 90 ਦੇ ਵਿੱਚ ਜੌਬ ਕਰਦਾ ਸੀਗਾ। ਤਾਂ ਉੱਥੇ ਮੈਨੂੰ ਮੌਕਾ ਮਿਲਿਆ ਕਿ ਵਿਦਿਆਰਥੀਆਂ ਨੂੰ ਸਾਇੰਸ ਫੇਅਰ 'ਤੇ ਲੈ ਕੇ ਜਾਣਾ ਹੈ, ਔਰ ਪਹਿਲੀ ਵਾਰੀ ਦੇ ਵਿੱਚ ਅਸੀਂ ਸਾਰੇ ਸਟੇਟ ਜਿੱਤ ਕੇ ਲਿਆਏ ਸੀ ਉੱਥੇ। ਉਹ 1996 ਦੀ ਗੱਲ ਹੈ ਇਹ। 1996 ਦੇ ਵਿੱਚ ਸਟੇਟ ਜਿੱਤੀ ਅਸੀਂ ਸਾਇੰਸ ਫੇਅਰ 'ਚ। ਉਸ ਤੋਂ ਬਾਅਦ ਮੈਨੂੰ 1997 ਵਿੱਚ ਗਵਰਨਮੈਂਟ ਜੌਬ ਮਿਲ ਜਾਂਦੀ ਹੈ, ਔਰ ਜਦੋਂ ਗਵਰਨਮੈਂਟ ਜੌਬ ਮਿਲਦੀ ਹੈ ਤਾਂ ਗਵਰਨਮੈਂਟ ਜੌਬ ਮਿਲਣ ਦੇ ਨਾਲ ਜਦੋਂ ਮੈਨੂੰ ਮੌਕਾ ਮਿਲਦਾ ਵਿਦਿਆਰਥੀਆਂ ਨੂੰ ਲਿਜਾਣ ਦਾ ਸਾਇੰਸ ਫੇਅਰ 'ਤੇ, ਤਾਂ ਮੈਂ ਵਿਦਿਆਰਥੀਆਂ ਨੂੰ ਸਾਇੰਸ ਫੇਅਰ 'ਚ ਲੈ ਕੇ ਆਉਂਦਾ। ਤਾਂ ਉੱਥੇ ਫਿਰ ਮੇਰੇ ਵਿਦਿਆਰਥੀ ਆ ਜਿਹੜੇ ਉਹ ਮਤਲਬ ਅਵਲ ਆਉਂਦੇ ਆ, ਪਹਿਲੇ ਪੋਜੀਸ਼ਨ 'ਤੇ ਆਉਂਦੇ ਆ। ਉੱਥੇ ਵਿਦਿਆਰਥੀ ਇੱਕ ਜਹਾਜ਼ ਤਿਆਰ ਕਰਦਾ, ਉਹ ਜਹਾਜ਼ ਹੈ ਜਿਹੜਾ ਉੱਡਦਾ। ਬੇਸ਼ੱਕ ਉਹ ਵਿਦਿਆਰਥੀ ਅੱਜ ਇਸ ਧਰਤੀ ਤੇ ਨਹੀਂ ਰਿਹਾ ਵਿਚਾਰਾ ਕਿਸੇ ਕਾਰਨ ਕਰਕੇ, ਤਾਂ ਉਹ ਪਰ ਉਸ ਵਿਦਿਆਰਥੀ ਦੀ ਸ਼ਕਲ ਹਾਲੇ ਵੀ ਮੇਰੇ ਦਿਮਾਗ ਦੇ ਵਿੱਚ ਹੈ ਵੀ ਉਸ ਵਿਦਿਆਰਥੀ ਨੇ ਉਸ ਸਮੇਂ 'ਤੇ ਇਹ ਜਹਾਜ਼ ਬਣਾਇਆ ਸੀ। ਔਰ 2002 ਦੇ ਵਿੱਚ ਜਦੋਂ ਮੈਂ ਪਹਿਲਾ ਪ੍ਰਯੋਗ ਕਰਦਾ ਆਪਣਾ, ਤਾਂ ਉਸ ਸਮੇਂ ਦੇ ਜਿਹੜੇ ਸਾਡੇ ਡਾਇਰੈਕਟਰ ਐਜੂਕੇਸ਼ਨ ਸੀਗੇ ਉਹ ਇਸ ਗੱਲ ਨੂੰ ਐਪਰੀਸ਼ੀਏਟ ਕਰਦੇ ਆ ਕਿ ਆਹ ਜਿਹੜੀ ਚੀਜ਼ ਅੱਜ ਤੁਸੀਂ ਲੇਜ਼ਰ ਦੇ ਨਾਲ ਦਿਖਾ ਰਹੇ ਹੋ। 2002 ਦੇ ਵਿੱਚ ਸਭ ਤੋਂ ਪਹਿਲਾਂ ਐਕਸਪੈਰੀਮੈਂਟ ਮੈਂ ਕਰਦਾ ਲੇਜ਼ਰ ਦੇ ਨਾਲ। ਉਸ ਦੇ ਵਿੱਚ 7 ਛੋਟੇ ਐਕਸਪੈਰੀਮੈਂਟ ਵਿਦ ਦਾ ਕਾਸਟ ਆਫ ਓਨਲੀ 30 ਰੁਪੀਜ਼ ਮੈਂ ਉਹ ਕਰਕੇ ਦਿਖਾ ਦਿੰਦਾ, ਤਾਂ ਉਹਦੀ ਬੜੀ ਪ੍ਰਸ਼ੰਸਾ ਹੁੰਦੀ ਹੈ। ਔਰ ਲਗਾਤਾਰ 2002 ਤੋਂ ਲੈ ਕੇ 2013 ਤੱਕ ਹਰ ਸਾਲ ਹੈ ਜਿਹੜਾ ਉਹ ਸਾਡਾ ਅਸੀਂ ਜਿੱਤਦੇ ਹਾਂ, ਔਰ ਸਾਇੰਸ ਅਵਾਰਡ, ਫਸਟ ਅਵਾਰਡ, ਸਟੇਟ ਅਵਾਰਡ ਮਿਲਦਾ ਸਾਨੂੰ ਸਾਇੰਸ ਦਾ। ਔਰ ਇੱਥੇ ਮੈਂ ਗੱਲ ਕਰੂੰਗਾ ਕਿ ਇੱਕ ਬੱਚਾ ਜਿਸ ਦੇ ਫਾਦਰ ਮਜ਼ਦੂਰੀ ਕਰਦੇ ਆ, ਕਲਵਾਣੂ ਸਕੂਲ ਦੇ ਵਿੱਚ ਮੇਰੀ ਪੋਸਟਿੰਗ ਹੁੰਦੀ ਹੈ ਐਜ਼ ਏ ਸਾਇੰਸ ਟੀਚਰ, ਅਤੇ ਉਸ ਬੱਚੇ ਨੂੰ ਮੈਂ ਤਿਆਰ ਕਰਕੇ ਲਿਆਉਣਾ ਵੀ ਆਪਾਂ ਜਿਹੜਾ ਚਾਰਟ ਮੇਕਿੰਗ ਦੇ ਵਿੱਚ ਜਾਣਾ ਹੈਗਾ। ਸਟੇਟ ਲੈਵਲ 'ਤੇ ਉਹ ਬੱਚਾ ਪਹੁੰਚਦਾ, ਔਰ ਸਟੇਟ ਲੈਵਲ 'ਤੇ ਪਹੁੰਚ ਕੇ ਉਹ ਬੱਚਾ ਜਦੋਂ ਉਹ ਲਿਖ ਰਿਹਾ ਹੁੰਦਾ, ਕਰ ਰਿਹਾ ਹੁੰਦਾ, ਤਾਂ ਇੱਕ ਪਿੰਡ ਦਾ ਬੱਚਾ ਹੁੰਦਾ, ਅਤੇ ਮੈਨੂੰ ਨਹੀਂ ਉਮੀਦ ਹੁੰਦੀ ਵੀ ਸਾਡਾ ਕੋਈ ਪ੍ਰਾਈਜ਼ ਆਊਗਾ ਜਾਂ ਨਹੀਂ ਆਊਗਾ, ਪਰ ਅਸੀਂ ਆਪਣਾ ਕਰਮ ਕਰਕੇ ਆ ਰਹੇ ਹੁੰਦੇ ਹਾਂ। ਤਾਂ ਉਹ ਬੱਚਾ ਮੈਨੂੰ ਰਸਤੇ ਦੇ ਵਿੱਚ ਪੁੱਛਦਾ ਕਿ ਸਰ ਮੈਨੂੰ ਬਾਕੀ ਤਾਂ ਮੈਂ ਸਾਰਾ ਕੁਝ ਬਹੁਤ ਵਧੀਆ ਬਣਾ ਦੂੰਗਾ, ਡਰਾਇੰਗ ਵੀ ਅੱਛੀ ਹੈ, ਪਰ ਮੇਰੇ ਅੱਖਰਾਂ ਦੀ ਬਣਾਵਟ ਨਹੀਂ ਮੈਨੂੰ ਆਉਂਦੀ। ਮੈਂ ਕਹਿੰਦਾ ਕੋਈ ਗੱਲ ਨਹੀਂ ਬੱਚੇ, ਤੂੰ ਜੋ ਕੁਝ ਖਾਣਾ ਪੀਣਾ ਖਾ ਪੀ ਲੈ, ਫਿਰ ਆਪਾਂ ਅੱਖਰ ਵੀ ਬਣਾਉਣੇ ਸਿਖਾ ਦਿੰਦੇ ਹਾਂ ਤੈਨੂੰ। ਕਹਿੰਦਾ ਸਰ ਖਾਣਾ ਪੀਣਾ ਅੱਜ ਛੱਡੋ, ਅੱਜ ਆਪਾਂ ਆਪਣੇ ਕੰਪੀਟੀਸ਼ਨ ਤੋਂ ਬਾਅਦ ਖਾਵਾਂਗੇ। ਤਾਂ ਅਸੀਂ ਉੱਥੇ ਬੈਠ ਜਾਂਦੇ ਹਾਂ। ਮੈਂ ਕਹਿੰਦਾ ਵੀ ਅਖਬਾਰ ਦੇ ਵਿੱਚ ਦੇਖ ਦੱਦਾ ਕਿਵੇਂ ਪਾਇਆ, ਅਖਬਾਰ ਦੇ ਵਿੱਚ ਦੇਖ ਚੱਚਾ ਕਿਵੇਂ ਪਾਇਆ, ਇੱਦਾਂ ਬਣਾਵਟ ਬਣਾਉਣੀ ਸ਼ੁਰੂ ਕਰ। ਉਹ ਬੱਚਾ ਉੱਥੇ ਜਦੋਂ ਚਾਰਟ ਬਣਾ ਕੇ ਆਉਂਦਾ ਹੈ, ਔਰ ਸ਼ਾਮ ਨੂੰ 5:30 ਵਜੇ ਜਦੋਂ ਉੱਥੇ ਅਨਾਊਂਸਮੈਂਟ ਹੁੰਦੀ ਹੈ ਉਸਦੀ, ਤਾਂ ਸਾਰੇ ਪੰਜਾਬ ਦੇ ਵਿੱਚੋਂ ਬੱਚਾ ਫਸਟ ਆਉਂਦਾ। ਔਰ ਦੂਸਰੇ ਸਾਲ ਫਿਰ ਮੈਂ ਉਸ ਬੱਚੇ ਨੂੰ ਲੈ ਕੇ ਜਾਂਦਾ, ਔਰ ਦੂਸਰੇ ਸਾਲ ਬੱਚਾ ਫਿਰ ਉਹ ਫਸਟ ਆਉਂਦਾ ਚਾਰਟ ਮੇਕਿੰਗ 'ਚ। ਤਾਂ ਮੇਰਾ ਮਤਲਬ ਵੀ ਉੱਥੇ ਕੋਈ ਖੁਸ਼ੀ ਦਾ ਅੰਤ ਨਹੀਂ ਰਹਿੰਦਾ। ਤੇ ਮੈਂ ਜੱਜਿਸ ਕੋਲ ਪਹੁੰਚ ਜਾਂਦਾ ਅਤੇ ਮੈਂ ਉਹਨਾਂ ਨੂੰ ਪੁੱਛਦਾ ਕਿ ਮੇਰੇ ਬੱਚੇ 'ਚ ਖਾਸ ਗੱਲ ਕੀ ਹੈ, ਉਹ ਦੱਸੀ ਜਾਵੇ ਮੈਨੂੰ। ਕਹਿੰਦੇ ਜੀ ਇਸ ਨੇ ਜਿਹੜਾ ਚਾਰਟ ਬਣਾਇਆ ਸੀ ਨਾ, ਉਹ ਅੱਜ ਦੇ ਸਮੇਂ 'ਚ 2004 ਦੇ ਵਿੱਚ 3D ਬਣਾਤਾ ਸੀ, ਜਦ ਕਿ 3D ਸਾਡੇ ਕੋਲ ਆਇਆ ਨਹੀਂ ਸੀ ਉਸ ਟਾਈਮ 'ਤੇ। ਅਤੇ ਉਹ ਪੰਪ ਜਿਹੜਾ ਲਗਾਇਆ ਸੀ ਉਹਨੇ ਨਿਊਕਲੀਅਰ ਰਿਐਕਟਰ ਦੇ ਵਿੱਚ, ਪੰਪ ਇਸ ਤਰ੍ਹਾਂ ਦਾ ਲੱਗ ਰਿਹਾ ਸੀ ਵੀ ਜਿਵੇਂ ਹੁਣ ਇਹ ਵਰਕ ਕਰ ਰਿਹਾ ਹੈ। ਤਾਂ ਮਤਲਬ ਉਹ ਬੱਚਾ ਅੱਜ ਪੰਜਾਬੀ ਯੂਨੀਵਰਸਿਟੀ ਦੇ ਵਿੱਚ PhD ਕਰ ਚੁੱਕਿਆ ਹੈਗਾ। ਉਹ ਬੱਚਾ ਇੱਕ ਮਜ਼ਦੂਰ ਦਾ ਬੱਚਾ, ਸਿਰਫ ਆਪਣੀ ਇਸ ਬਦੌਲਤ। ਇਹ ਜਿਹੜੀ ਲੈਬ ਮੈਂ ਸੈਟਅਪ ਕੀਤੀ ਹੈ, ਹੁਣ ਇਸ ਲੈਬ ਨੂੰ ਮੇਰੇ ਤੋਂ ਬਾਅਦ ਮੇਰੇ ਵਿਦਿਆਰਥੀ ਜਾਂ ਮੇਰੇ ਸਹਿਯੋਗੀ ਟੀਚਰ, ਉਹਨਾਂ ਦੇ ਵਿੱਚੋਂ ਕੁਝ ਲੋਕ ਉੱਠਣ ਤੇ ਇਹ ਹਰ ਜ਼ਿਲ੍ਹੇ ਦੇ ਵਿੱਚ ਇੱਕ ਲੈਬ ਹੋਵੇ, ਹਰ ਜ਼ਿਲ੍ਹੇ ਦੇ ਵਿੱਚ ਇੱਕ ਅਧਿਆਪਕ ਐਸਾ ਹੋਵੇ ਜਿਹਦੇ ਘਰ ਦੇ ਵਿੱਚ ਲੈਬ ਹੋਵੇ। ਔਰ ਮੈਂ ਟ੍ਰੇਨਿੰਗ ਦੇਣ ਨੂੰ ਤਿਆਰ ਹਾਂ, ਦੱਸਣ ਨੂੰ ਤਿਆਰ ਹਾਂ। ਅੱਜ ਵੀ ਉਹ ਸੀਨ ਯਾਦ ਹੈ, ਮੈਂ ਮੰਜੇ ਤੇ ਦੌਣ ਦੇ ਇੱਧਰਲੇ ਪਾਸੇ ਬੈਠਾ, ਮੇਰੇ ਮਾਤਾ ਜੀ ਇੱਧਰ ਬਣਾ ਰਹੇ ਆ ਪ੍ਰਸ਼ਾਦਾ, ਕਿਉਂਕਿ ਉਦੋਂ ਸਟੋਵ ਹੋਇਆ ਕਰਦੇ ਸੀਗੇ। ਮਾਤਾ ਜੀ ਬਣਾ ਰਹੇ ਆ ਹੇਠਾਂ ਬੈਠੇ, ਤਾਂ ਬੜੀ ਗਰੀਬੀ ਵੀ ਹੋਇਆ ਕਰਦੀ ਸੀ। ਤਾਂ ਮੈਂ ਫਟਾਫਟ ਗੁਟਕਾ ਮੇਰੇ ਹੱਥ 'ਚ ਹੈ, ਮੈਂ ਕਰ ਲਿਆ ਜੀ, ਪਾਠ ਕਰ ਲਿਆ।
ਤਾਂ ਮਾਤਾ ਜੀ ਹੈ ਨਾ, ਵੱਡੇ ਸੀਗੇ, ਕਹਿੰਦੇ ਤੂੰ ਚੰਗੀ ਤਰ੍ਹਾਂ ਕਰ ਲੈ ਪਾਠ ਬੰਦਾ ਬਣ ਕੇ, ਫੇਰ ਮਿਲੂ ਚਾਹ, ਹੁਣ ਨਹੀਂ ਮਿਲਦੀ, ਮੈਨੂੰ ਸੁਣਾ ਕੇ ਕਰ। ਇਹ ਸੰਸਕਾਰ ਹੁੰਦੇ ਆ ਜਿਹੜੇ। ਫਿਰ ਮੇਰੇ ਨਾਨਾ ਜੀ ਨੇ ਮੈਨੂੰ ਗੁਰਦੁਆਰੇ ਲੈ ਜਾਣਾ ਸ਼ਾਮ ਵੇਲੇ, ਉੱਥੋਂ ਸਾਨੂੰ ਗਿਆਨ ਮਿਲਣਾ। ਫਿਰ ਮੈਨੂੰ ਮੇਰੇ ਇੱਕ ਗਾਈਡ ਮਿਲੇ ਸੰਤ ਗਿਆਨੀ ਮੋਹਨ ਸਿੰਘ ਜੀ, ਜਿਨ੍ਹਾਂ ਨੇ ਤਾਂ ਮਤਲਬ ਮੈਨੂੰ ਇੰਨਾ ਮੋਟੀਵੇਟ ਕੀਤਾ। ਮੈਂ ਇੱਕ ਦੁਕਾਨ ਤੇ ਦੀਵੇ ਵੇਚਦਾ ਹੁੰਦਾ ਸੀਗਾ, ਉਹ ਕਹਿੰਦੇ ਛੱਡ, ਇਹ ਤੇਰਾ ਕੰਮ ਨਹੀਂ ਹੈ, ਤੂੰ ਦੀਵੇ ਵੇਚਣ ਨਹੀਂ ਆਇਆ ਇੱਥੇ। ਮੈਂ ਕਿਹਾ ਜੀ ਫਿਰ ਹੋਰ ਗੁਜ਼ਾਰਾ ਕਿਵੇਂ ਚੱਲੂਗਾ? ਕਹਿੰਦੇ ਆ ਜਾ, ਤੂੰ ਪੜ੍ਹਨ ਜਾ। ਉਹਨਾਂ ਨੇ ਮੈਨੂੰ ਬੀਐਡ ਕਰਨ ਭੇਜਿਆ। ਜਦੋਂ ਬੀਐਡ ਦਾ ਕੋਰਸ ਕਰਨ ਭੇਜਿਆ, ਉਸ ਤੋਂ ਬਾਅਦ ਮੇਰੀ ਨੌਕਰੀ ਲੱਗਦੀ, ਉਸ ਤੋਂ ਬਾਅਦ ਮੈਂ ਐਮਐਸਸੀ ਕਰਦਾ, ਐਮਫਿਲ ਕਰਦਾ, ਪੀਐਚਡੀ ਤੱਕ ਪਹੁੰਚਦਾ। ਮਤਲਬ ਇਹ ਚੀਜ਼ਾਂ ਜਿਹੜੀਆਂ ਉਹਨਾਂ ਨੇ ਮੈਨੂੰ ਮੋਟੀਵੇਟ ਕੀਤਾ, ਤੇ ਮੈਂ ਉਹ ਨਹੀਂ ਅੱਜ ਦੀਵੇ ਵੇਚਦੇ ਹੋਣਾ ਸੀ। ਤੇ ਉਸ ਗੱਲ ਨੂੰ ਮੈਂ ਕਦੇ ਵੀ ਭੁੱਲਦਾ ਨਹੀਂ ਹਾਂ ਕਿ ਮੈਂ 2-2 ਰੁਪਏ ਦੇ ਦੀਵੇ ਵੀ ਵੇਚੇ ਆ, ਤੇ ਮੈਂ ਸਟੋਵ ਵੀ ਠੀਕ ਕਰਦਾ ਰਿਹਾ ਲੋਕਾਂ ਦੇ। ਤੇ ਉਹੀ ਅੱਜ ਵਿਅਕਤੀ ਅਧਿਆਪਕ ਬਣ ਕੇ ਸਮਾਜ ਨੂੰ ਜਿਹੜਾ ਹੈਗਾ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਦੇ ਵਿੱਚ ਹੈ। ਤੇ ਅੱਜ ਉਹ ਵਿਅਕਤੀ ਜਿਹੜਾ ਦੀਵੇ ਵੇਚਦਾ ਸੀ ਕਾਰਾਂ 'ਚ ਘੁੰਮ ਰਿਹਾ। ਤਾਂ ਇਹ ਕਿਸ ਦੀ ਦੇਣ ਹੈ? ਸਮਾਜ ਦੀ ਦੇਣ ਹੈ। ਤਾਂ ਮੇਰਾ ਵੀ ਫਰਜ਼ ਬਣਦਾ ਹੈ ਵੀ ਜਿਸ ਸਮਾਜ ਨੇ ਮੈਨੂੰ ਇੱਥੇ ਤੱਕ ਪਹੁੰਚਾਇਆ, ਮੈਂ ਸਮਾਜ ਨੂੰ ਕੁਝ ਮਤਲਬ ਆਪਣੇ ਵੱਲੋਂ ਉਸ ਦੇ ਵਿੱਚ ਯੋਗਦਾਨ ਪਾ ਸਕਾਂ।